ਸੰਸਾਰ ਕਹੀਏ ਜਾਂ ਦੁਨੀਆ ਕਹੀਏ, ਕੁਛ ਵੀ ਕਹੀਏ, ਇਸ ਸੰਸਾਰ ਦਾ ਜੋ ਗੁਣ ਰੂਪ ਆ, ਇਸ ਦੀ ਗੁਣ ਰੂਪ ਦੀ ਜੋ ਗੁਣਵੱਤਾ ਵਾ, ਉਹ ਨਕਾਰਾਤਮਕ ਆ, ਮਤਲਬ ਕਿ ਨੈਗੇਟਿਵ ਆ। ਕਿਉਂ? ਇਸ ਨੂੰ ਨੈਗੇਟਿਵ ਕਰਨ ਦਾ ਕੌਣ ਜ਼ਿੰਮੇਵਾਰ ਆ ਅਤੇ ਕਿਉਂ? ਅਸੀਂ ਇਸ ਨੂੰ ਪੋਜ਼ੀਟਿਵ ਰੂਪ ਦੇ ਵਿੱਚ ਕਿਉਂ ਨਹੀਂ ਦੇਖ ਸਕਦੇ? ਇਸ ਦੀ ਜੋ ਗਤੀਵਿਧੀ ਆ, ਇਸ ਦਾ ਜੋ ਗੁਣ ਆ, ਜਿਸ ਤਰੀਕੇ ਦੇ ਨਾਲ ਸੰਸਾਰ ਚੱਲਦਾ ਵਾ, ਉਹ ਨਕਾਰਾਤਮਕ ਕਿਉਂ ਆ, ਨੈਗੇਟਿਵ ਕਿਉਂ ਆ? ਅਸਲੀ ਜ਼ਿੰਦਗੀ ਦੇ ਨੈਗੇਟਿਵ ਕੀ ਸਾਡੀ ਸੋਚ ਦੇ ਵਿੱਚ ਫਰਕ ਆ? ਕੀ ਸਾਡੀ ਦੇਖਣੀ ਦੇ ਵਿੱਚ ਫਰਕ ਆ? ਕੀ ਸਾਡੀ ਭਾਵਨਾ ਦੇ ਵਿੱਚ ਫਰਕ ਆ? ਅਸੀਂ ਕਿੱਥੋਂ ਦੇਖਦੇ ਹਾਂ, ਅਸੀਂ ਕਿੱਥੋਂ ਗਲਤ ਦੇਖਦੇ ਹਾਂ ਜਾਂ ਅਸੀਂ ਕਿੱਥੋਂ ਸਹੀ ਦੇਖਦੇ ਹਾਂ? ਉਹ ਕਿਹੜੀ ਚੀਜ਼ ਆ, ਕਿਹੜੀ ਮਿਆਰ ਆ, ਕਿਹੜੀ ਚੀਜ਼ ਆ ਜਿਹੜੀ ਕਿ ਇਹ ਨਕਾਰਾਤਮਕ ਆ? ਕਿਉਂ ਜੀਸਸ ਨੇ ਕਹਿ ਦਿੱਤਾ ਅੰਧਾ ਅੰਧੇ ਨੂੰ ਘੜੀਸੀ ਜਾਂਦਾ? ਕਿਉਂ ਬਾਬੇ ਨਾਨਕ ਨੇ ਕਿਹਾ ਕੂੜ ਫਿਰੇ ਪ੍ਰਧਾਨ ਵੀ ਲਾ ਲਓ? ਮਤਲਬ ਕੀ ਆ, ਕੀ ਚੀਜ਼ ਆ? ਕਿਉਂਕਿ ਅਸੀਂ ਸਦਾ ਹੀ, ਇਸ ਦਾ ਜਵਾਬ ਇਹ ਆ, ਕਿਉਂਕਿ ਅਸੀਂ ਸਦਾ ਹੀ ਜੋ ਧਿਆਨ ਦਿੰਦੇ ਹਾਂ, ਅਸੀਂ ਵਸਤੂ ਦੇ ਪਰ ਉੱਤੇ ਧਿਆਨ ਦਿੰਦੇ ਹਾਂ, ਅਸੀਂ ਵਿਸ਼ੇ ਦੇ ਉੱਤੇ ਧਿਆਨ ਨਹੀਂ ਦਿੰਦੇ। ਮਤਲਬ ਕਿ ਅਸੀਂ ਆਬਜੈਕਟ ਦੇ ਉੱਤੇ ਧਿਆਨ ਦਿੰਦੇ ਹਾਂ, ਅਸੀਂ ਸਬਜੈਕਟ ਦੇ ਉੱਤੇ ਧਿਆਨ ਨਹੀਂ ਦਿੰਦੇ, ਜਿਸ ਦੇ ਨਾਲ ਸਾਰੀ ਸੰਸਾਰ ਨੂੰ, ਜ਼ਿੰਦਗੀ ਨੂੰ, ਸਭ ਕਾਜ਼ੇ ਨੂੰ ਦੇਖਣ ਦੀ ਜੋ ਸਾਡੀ ਵਿਰਤੀ ਆ ਉਹ ਬਦਲ ਜਾਂਦੀ ਆ, ਜੋ ਸਾਡਾ ਚੱਲਣ ਦਾ ਢੰਗ ਆ ਉਹ ਬਦਲ ਜਾਂਦਾ, ਜੋ ਸਾਡਾ ਕਰਨ ਦਾ ਢੰਗ ਆ ਉਹ ਬਦਲ ਜਾਂਦਾ। ਅਸੀਂ ਇਸ ਗੱਲ ਤੋਂ ਸਦਾ ਹੀ ਅਣਜਾਣੇ ਰਹਿ ਜਾਂਦੇ ਹਾਂ। ਅਸੀਂ ਕਿੰਨੇ ਅਣਜਾਣੇ ਆ, ਅਸੀਂ ਕਿੰਨੇ ਗਲਤ ਆ, ਜਦ ਸਾਨੂੰ ਇਹ ਨਹੀਂ ਪਤਾ ਚੱਲਦਾ ਕਿ ਜਿਹੜੀ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਆ ਉਹ ਸਾਡੇ ਤੋਂ ਹੋਈ ਆ, ਮੇਰੇ ਤੋਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਆ। ਸੰਸਾਰ ਨੂੰ ਮੈਂ ਦੇਖਿਆ ਜਦ ਮੇਰੀ ਅੱਖ ਖੁੱਲੀ, ਫਿਰ ਇਹ ਕਿੰਜ ਹੋ ਸਕਦਾ ਕਿ ਸਾਨੂੰ ਖੁਸ਼ੀ ਜਾਂ ਸੁੱਖ ਜਾਂ ਰੱਬ ਸਾਨੂੰ ਕੋਈ ਦੂਸਰਾ ਦੇ ਦੇਗਾ? ਜਦੋਂ ਜ਼ਿੰਦਗੀ ਦੀ ਸ਼ੁਰੂਆਤ ਹੀ ਮੇਰੇ ਤੋਂ ਹੋਈ ਆ, ਤਾਂ ਉਹ ਚੀਜ਼ ਦੀ ਪ੍ਰਾਪਤੀ ਜੋ ਜਿੱਥੇ ਸੰਸਾਰ ਦੀ ਸ਼ੁਰੂਆਤ ਹੀ ਮੇਰੇ ਤੋਂ ਹੋਈ ਆ, ਉਸ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਦੀ, ਕਿਸੇ ਵੀ ਵਸਤੂ ਦੀ ਪ੍ਰਾਪਤੀ ਮੈਨੂੰ ਦੂਸਰੇ ਤੋਂ ਕਿੰਜ ਹੋ ਜੂਗੀ? ਕੀ ਅਸੀਂ ਇਸ ਸਵਾਲ ਪਰ, ਜ਼ਿੰਦਗੀ ਦੇ ਇਸ ਅਹਿਸਾਸ ਪਰ ਧਿਆਨ ਨਹੀਂ ਦਿੱਤਾ? ਕੋਈ ਵੀ ਰਿਸ਼ਤਾ ਜਿੰਨਾ ਮਰਜ਼ੀ ਗਹਿਰਾ ਹੋਵੇ, ਜਿੰਨਾ ਮਰਜ਼ੀ ਪਿਆਰਾ ਹੋਵੇ, ਜਿਹੋ ਜਿਹਾ ਮਰਜ਼ੀ ਹੋਵੇ, ਸਦਾ ਹੀ ਸਾਨੂੰ ਚੱਲਣਾ ਸਾਡੇ ਹੀ ਪੈਰਾਂ ਦੇ ਨਾਲ ਪਊਗਾ। ਕਿਉਂ? ਜਦ ਤੱਕ ਅੱਜ ਤੱਕ ਮੈਨੂੰ ਮੇਰੇ ਨਾਲ ਹੀ ਦੋਸਤੀ ਕਰਨੀ ਨਹੀਂ ਆਈ, ਤਾਂ ਮੈਂ ਕਿੰਜ ਕਿਸੇ ਦੀ ਦੋਸਤ ਬਣ ਜਾਊਂਗੀ? ਕੀ ਮੈਂ ਇਹ ਸਵਾਲ ਕਦੇ ਆਪਣੇ ਆਪ ਨੂੰ ਕੀਤਾ? ਅਗਰ ਮੈਂ ਕਿਸੇ ਦੀ ਦੋਸਤ ਬਣ ਵੀ ਜਾਊਂਗੀ, ਮੈਨੂੰ ਉਹ ਸਫਲਤਾ ਕਿੰਜ ਮਿਲੂਗੀ ਜਿਸ ਸਫਲਤਾ ਦੀ ਚਾਹਨਾ ਮੇਰੀ ਰੂਹ ਨੇ ਕੀਤੀ ਹੈ? ਕੀ ਇਹ ਹੋ ਸਕਦਾ ਵਾ? ਮੈਂ ਸਦਾ ਹੀ ਸ਼ਿਕਾਇਤ ਕਰਦੀ ਹਾਂ, ਮੈਂ ਸਦਾ ਹੀ ਕਸੂਰਵਾਰ ਦਿੰਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਮੈਨੂੰ ਕਦੇ ਕੋਈ ਸਮਝਣ ਵਾਲਾ ਨਹੀਂ ਮਿਲਿਆ। ਮੈਂ ਜੋ ਮੈਂ ਹੋਣ ਦਾ ਦਾਅਵਾ ਕਰਦੀ ਹਾਂ, ਜਿੰਨੀ ਮੈਂ ਮੈਨੂੰ ਪਹਿਚਾਣਦੀ ਹਾਂ, ਜਿੰਨੀ ਮੇਰੀ ਮੈਨੂੰ ਸਮਝ ਆ, ਜਿੰਨਾ ਮੈਂ ਆਪਣੇ ਆਪ ਨੂੰ ਜਾਣਦੀ ਹਾਂ, ਜੇ ਮੈਂ ਓਨਾ ਜਾਣਦੀ ਹੁੰਦੀ, ਕੀ ਮੈਂ ਦੂਸਰੇ ਨੂੰ ਕਸੂਰਵਾਰ ਠਹਿਰਾ ਸਕਦੀ ਸੀ? ਜਦ ਮੈਂ ਹੀ ਮੇਰੀ ਦੋਸਤ ਨਹੀਂ ਅੱਜ ਤੱਕ ਬਣੀ, ਤਾਂ ਮੈਂ ਕਿੰਜ ਕਹਿ ਦੂੰ ਕਿ ਦੁਨੀਆ ਮੈਨੂੰ ਸਮਝਦੀ ਨਹੀਂ, ਜਦ ਮੈਂ ਹੀ ਅੱਜ ਤੱਕ ਆਪਣੇ ਆਪ ਨੂੰ ਸਮਝਿਆ ਨਹੀਂ। ਅਸੀਂ ਸਦਾ ਹੀ ਦੂਸਰੇ ਨੂੰ ਕਸੂਰਵਾਰ ਕਹਿੰਦੇ ਹਾਂ, ਦੂਸਰੇ ਨੂੰ ਦੋਸ਼ੀ ਮੰਨਦੇ ਹਾਂ। ਹਰ ਘਟਨਾ ਦੇ ਵਿੱਚ ਅਸੀਂ ਸਦਾ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦੇ ਹਾਂ, ਆਪਣੇ ਆਪ ਨੂੰ ਹਰ ਘਟਨਾ ਤੋਂ, ਹਰ ਹਾਲਤ ਤੋਂ, ਹਰ ਹਾਲਾਤ ਤੋਂ, ਹਰ ਦਸ਼ਾ ਤੋਂ, ਹਰ ਦਿਸ਼ਾ ਤੋਂ ਸੁੰਦਰਤਾ ਦੇ ਨਾਲ ਅਲੱਗ ਕਰ ਦਿੰਦੇ ਹਾਂ। ਅਸੀਂ ਦੋਸ਼ੀ ਕਿਸਮਤ ਨੂੰ ਬਣਾ ਦਿੰਦੇ ਹਾਂ, ਜਾਂ ਦੋਸ਼ੀ ਅਸੀਂ ਦੂਸਰੇ ਇਨਸਾਨ ਨੂੰ ਬਣਾ ਦਿੰਦੇ ਹਾਂ। ਕਿਉਂ? ਅਸੀਂ ਕਦੇ ਖੁਦ ਨੂੰ ਸਵਾਲ ਕੀਤਾ ਕਿ ਕੀ ਮੈਨੂੰ ਮੇਰੀ ਸਮਝ ਆ ਗਈ? ਕੀ ਮੈਂ ਕਦੇ ਮੇਰੀ ਬਣ ਗਈ?
ਜਦ ਮੈਂ ਹੀ ਮੇਰੀ ਨਹੀਂ ਬਣੀ, ਮੈਨੂੰ ਹੀ ਮੇਰੀ ਸਮਝ ਨਹੀਂ ਹਜੇ ਤੱਕ ਆਈ, ਮੈਂ ਕਿਸੇ ਦੇ ਨਾਲ ਨਾਰਾਜ਼ ਕਿੰਜ ਹੋ ਸਕਦੀ ਹਾਂ, ਮੈਨੂੰ ਇਹੀ ਅੱਜ ਤੱਕ ਪਤਾ ਨਹੀਂ ਚੱਲਿਆ। ਜਦ ਮੈਂ ਇਹ ਕਹਿ ਦਿੰਦੀ ਹਾਂ ਕਿ ਇਹ ਮੈਂ ਆਹਾਂ ਮੈਂ ਇਹੋ ਜਿਹੀ ਹਾਂ, ਮੇਰਾ ਸੁਭਾਅ ਚੰਗਾ, ਸਦਾ ਹੀ ਅਸੀਂ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਦੇਖਦੇ ਹਾਂ, ਸਕਾਰਾਤਮਕ ਦੇਖਦੇ ਹਾਂ। ਸਾਡੀ ਸਾਡੇ ਪ੍ਰਤੀ ਵਿਧੀ ਜੋ ਆ, ਦੇਖਣੀ ਜੋ ਆ, ਵਿਰਤੀ ਜੋ ਆ, ਸਕਾਰਾਤਮਕ ਆ, ਪੋਜ਼ਿਟਿਵ ਆ। ਅਸੀਂ ਕਹਿੰਦੇ ਹਾਂ ਮੈਂ ਇਹ ਕੀਤਾ, ਮੈਂ ਆਹ ਕੀਤਾ, ਮੈਂ ਇਸ ਤਰ੍ਹਾਂ ਨਹੀਂ ਕੀਤਾ, ਮੈਂ ਇਸ ਤਰ੍ਹਾਂ ਇਹ ਨਹੀਂ ਕੀਤਾ। ਕੀ ਅਸੀਂ ਦੂਸਰੇ ਨੂੰ ਇੰਜ ਨਹੀਂ ਦੇਖ ਸਕਦੇ? ਦੂਸਰੇ ਤੋਂ ਅਸੀਂ ਬਹੁਤ ਕੁਝ ਭਾਲਦੇ ਹਾਂ। ਕੀ ਜੋ ਅਸੀਂ ਦੂਸਰੇ ਤੋਂ ਭਾਲਦੇ ਹਾਂ ਉਹ ਆਪਣੇ ਆਪ ਅਸੀਂ ਕਦੇ ਦੂਸਰੇ ਨੂੰ ਦਿੱਤਾ? ਅਸੀਂ ਇੰਜ ਨਹੀਂ ਲੱਗਦਾ ਕਿ ਅਸੀਂ ਸਭ ਨੂੰ, ਆਪਣੇ ਤੋਂ ਇਲਾਵਾ ਅਸੀਂ ਸਾਰੀ ਦੁਨੀਆ ਨੂੰ, ਤਮਾਮ ਲੋਕ ਨੂੰ, ਤਮਾਮ ਰਿਸ਼ਤਿਆਂ ਨੂੰ ਆਪਣੇ ਨੌਕਰ ਸਮਝਦੇ ਹਾਂ, ਜਾਂ ਅਸੀਂ ਆਪਣੇ ਬਾਪ ਦੇ ਨੌਕਰ ਸਮਝਦੇ ਹਾਂ, ਜਿਸ ਤਰ੍ਹਾਂ ਕਿ ਸਾਰਾ ਕੁਝ ਸਾਡੇ ਲਈ ਤਿਆਰ ਕੀਤਾ ਹੋਇਆ ਹੋਵੇ। ਅਸੀਂ ਜਿਸ ਤਰ੍ਹਾਂ ਕਿ ਬਹੁਤ ਹੀ ਅਣਮੁੱਲੜੇ ਕੋਈ ਪਰਮਾਤਮਾ ਦੇ ਲਾਲ ਪੈਦਾ ਕੀਤੇ ਹੋਏ ਹਾਂ, ਸਭ ਕੁਝ ਸਾਡੇ ਲਈ ਹੋਵੇ, ਤੇ ਪਰ ਅਸੀਂ ਕੁਝ ਕਰੀਏ ਚਾਹੇ ਨਾ ਕਰੀਏ, ਅਸੀਂ ਬਿਨਾਂ ਗੱਲ ਨੂੰ ਜਾਣੇ ਪਹਿਚਾਨੇ ਦੂਸਰੇ ਦੇ ਵਿੱਚ ਕਿਸ ਤਰ੍ਹਾਂ ਕਸੂਰ ਕੱਢ ਦਿੰਦੇ ਹਾਂ, ਦੂਸਰੇ ਨੂੰ ਕਿਸ ਤਰ੍ਹਾਂ ਅਸੀਂ ਗਲਤ ਸਾਬਤ ਕਰ ਦਿੰਦੇ ਹਾਂ। ਕੀ ਅਸੀਂ ਕਦੇ ਦੂਸਰੇ ਦੇ ਬਣ ਗਏ? ਕੀ ਕਦੇ ਸਾਨੂੰ ਸਾਡੀਆਂ ਉਣਤਾਈਆਂ ਨਹੀਂ ਦਿਖੀਆਂ? ਕਦੇ ਸਾਨੂੰ ਸਾਡੀਆਂ ਕਮਜ਼ੋਰੀਆਂ ਨਹੀਂ ਦਿਖਾਈ ਦਿੰਦੀਆਂ? ਜੇ ਮੇਰੀ ਜ਼ਿੰਦਗੀ ਮੇਰੇ ਤੋਂ ਸ਼ੁਰੂ ਹੋਈ ਆ, ਮੇਰੀ ਜ਼ਿੰਦਗੀ ਦੇ ਵਿੱਚ ਜੇ ਸੁੱਖ ਨੇ ਉਹ ਵੀ ਮੇਰੇ ਕਾਰਨ ਨੇ, ਜੇ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਨੇ ਉਹ ਵੀ ਮੇਰੇ ਕਾਰਨ ਨੇ। ਸਾਨੂੰ ਇਹ ਜ਼ਿੰਦਗੀ ਦਾ ਸੌਖਾ ਜਿਹਾ, ਈਜੀ ਜਿਹਾ ਫਲਸਫਾ ਸਮਝ ਦੇ ਵਿੱਚ ਨਹੀਂ ਆਉਂਦਾ, ਜਿਹੜਾ ਕਿ ਮੇਨ ਰੂਲ ਆ, ਜਿੱਥੋਂ ਕਰਮਾਂ ਦੀ ਵਿਧੀ ਪੈਦਾ ਹੋਈ, ਕਰਮਾਂ ਦਾ ਸਿਧਾਂਤ ਪੈਦਾ ਹੋਇਆ। ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਕਰਮਾਂ ਦਾ ਜੋ ਸਿਲਸਿਲਾ ਵਾ ਸਿਰਫ ਸਾਡੇ ਮਾਨਸਿਕ ਲੈਵਲ ਦੇ ਉੱਤੇ, ਹੈਰਾਨੀ ਹੋਵੇਗੀ ਕਿ ਸਾਨੂੰ ਦੁੱਖ ਆਤਮਿਕ ਲੈਵਲ ਤੇ ਕੋਈ ਦੁੱਖ ਹੈ ਹੀ ਨਹੀਂ। ਜੇ ਆਤਮਿਕ ਲੈਵਲ ਤੇ ਦੁੱਖ ਨਹੀਂ, ਜੇ ਮਾਨਸਿਕ ਲੈਵਲ ਤੇ ਹੀ ਦੁੱਖ ਆ, ਮਨ ਦਾ ਸੰਬੰਧ ਸਾਡੀ ਸੋਚ ਦੇ ਨਾਲ ਆ, ਸਾਡੀ ਭਾਵਨਾ ਦੇ ਨਾਲ ਆ। ਸਾਡੀ ਸੋਚ ਤੇ ਭਾਵਨਾ ਕਿੱਥੇ ਕੰਮ ਕਰਦੀ ਹੈ? ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਰਿਸ਼ਤਿਆਂ ਦੇ ਵਿੱਚ, ਸਾਡੇ ਸਮਾਜਿਕ ਲੈਵਲ ਤੇ। ਇਸ ਦਾ ਮਤਲਬ ਆ ਅਸੀਂ ਹੀ ਕਸੂਰਵਾਰ ਹਾਂ ਸਾਡੀ ਜ਼ਿੰਦਗੀ ਦੇ। ਅਸੀਂ ਦੋਸ਼ ਕਿਸੇ ਨੂੰ ਕਿੰਜ ਦੇ ਸਕਦੇ ਹਾਂ? ਇਹ ਜੋ ਸਕਾਰਾਤਮਕ ਸਾਡੀ ਸੋਚ ਆ ਸਿਰਫ ਸਾਡੇ ਲਈ, ਨਕਾਰਾਤਮਕ ਜੋ ਸੋਚ ਆ ਸਾਡੀ ਸਾਰੀ ਦੁਨੀਆ ਦੇ ਲਈ, ਸਾਰੇ ਸਮਾਜ ਦੇ ਲਈ, ਸਾਰੇ ਬ੍ਰਹਿਮੰਡ ਦੇ ਲਈ ਆ। ਅਸੀਂ ਦੂਸਰੇ ਨੂੰ ਮਿਟਾਉਣ ਦੇ ਲਈ, ਦੂਸਰੇ ਨੂੰ ਦੋਸ਼ ਦੇਣ ਦੇ ਲਈ, ਦੂਸਰੇ ਨੂੰ ਕਸੂਰਵਾਰ ਠਹਿਰਾਉਣ ਦੇ ਲਈ 1 ਮਿੰਟ ਲਾਵਾਂਗੇ। ਸਿਰਫ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਕਦਮ ਕਰਨਾ ਵਾ, ਸਿਰਫ ਇੱਕ ਕਦਮ ਲੈਣਾ ਵਾ, ਇੱਕ ਕਰਮ ਕਰਨਾ ਵਾ। ਜੇ ਅਸੀਂ ਕਿਸੇ ਨੂੰ ਮਿਟਾਉਣਾ ਵੀ ਆ, ਜੇ ਅਸੀਂ ਕਿਸੇ ਦੇ ਲਈ ਨਕਾਰਾਤਮਕ ਵੀ ਹੋਣਾ ਵਾ, ਅਸੀਂ ਸਿਰਫ ਇੱਕ ਚੀਜ਼ ਨੂੰ ਜੇ ਮਿਟਾ ਦਈਏ, ਇੱਕ ਚੀਜ਼ ਦੇ ਲਈ ਨਕਾਰਾਤਮਕ ਹੋ ਜਾਈਏ, ਤਾਂ ਜੋ ਬ੍ਰਹਿਮੰਡ ਦਾ ਚੱਕਰਾਵਾ ਘੁੰਮ ਰਿਹਾ ਵਾ ਸਾਡੇ ਆਲੇ ਦੁਆਲੇ, ਸਾਡੀ ਜ਼ਿੰਦਗੀ ਦਾ, ਇਹ ਸਹੀ ਘੁੰਮਣਾ ਸ਼ੁਰੂ ਹੋ ਜਾਊ। ਉਹ ਕੀ ਆ ਜਿਸ ਨੂੰ ਅਸੀਂ ਮਿਟਾਉਣਾ ਵਾ? ਉਹ ਕੀ ਆ ਜਿਸ ਨੇ ਫਿਰ ਸਾਡੀ ਜ਼ਿੰਦਗੀ ਨੂੰ ਸਕਾਰਾਤਮਕ ਕਰ ਦੇਣਾ, ਇਸ ਸੰਸਾਰ ਦੇ ਅਸਲੀ ਗੁਣ ਰੂਪ ਦੀ ਗੁਣਵੱਤਾ ਨੂੰ ਸਾਡੇ ਅੱਗੇ ਲੈ ਕੇ ਆਉਣਾ ਵਾ? ਉਹ ਕੀ ਆ? ਅਸੀਂ ਜੋ ਵੀ ਕਰਦੇ ਹਾਂ, ਚੰਗਾ ਵੀ ਕਰਦੇ ਹਾਂ, ਬੁਰਾ ਵੀ ਕਰਦੇ ਹਾਂ, ਕੁਝ ਵੀ ਕਰਦੇ ਹਾਂ, ਉਹ ਅਸੀਂ ਕਿਸ ਚੱਕਰੇ ਨੂੰ ਘੁਮਾਉਣਾ ਵਾ? ਉਹ ਅਸੀਂ ਚੱਕਰੇ ਨੂੰ ਘੁਮਾਉਣਾ ਵਾ ਆਪਣੀ ਈਗੋ ਨੂੰ, ਆਪਣੇ ਗਰੂਰ ਨੂੰ, ਆਪਣੇ ਘਮੰਡ ਨੂੰ। ਜਦੋਂ ਅਸੀਂ ਇਸ ਨੂੰ ਘੁਮਾ ਦਿੱਤਾ, ਇਸ ਨੂੰ ਮਿਟਾ ਦਿੱਤਾ, ਸਾਨੂੰ ਹੋਰ ਕਿਸੇ ਨੂੰ ਮਿਟਾਉਣ ਦਾ ਕੋਈ ਵੀ, ਅਸੀਂ ਮਿਟਾ ਹੀ ਨਹੀਂ ਸਕਦੇ ਕਿਸੇ ਨੂੰ ਹੋਰ ਨੂੰ, ਅਸੀਂ ਹੋਰ ਕਿਸੇ ਨੂੰ ਤਬਾਹ ਕਰ ਹੀ ਨਹੀਂ ਸਕਦੇ, ਅਸੀਂ ਕਿਸੇ ਨੂੰ ਹੋਰ ਦੋਸ਼ੀ ਦੇ ਹੀ ਨਹੀਂ ਸਕਦੇ, ਅਸੀਂ ਕਿਸੇ ਨੂੰ ਹੋਰ ਕਸੂਰਵਾਰ ਠਹਿਰਾ ਹੀ ਨਹੀਂ ਸਕਦੇ। ਜੇ ਅਸੀਂ ਆਪਣੀ ਈਗੋ ਨੂੰ, ਆਪਣੀ ਮੈਂ ਨੂੰ ਕਸੂਰਵਾਰ ਠਹਿਰਾ ਦਿੱਤਾ, ਜੀਵਨ ਦਾ ਤਮਾਮ ਚੱਕਰਾਵਾ ਜਿਹੜਾ ਸਹੀ ਹੋ ਕੇ ਘੁੰਮਣ ਲੱਗ ਜਾਊਗਾ, ਜਿਸ ਦੇ ਨਾਲ ਸਾਡੇ ਵਿੱਚ ਜੀਵਨ ਜੀਣ ਦੀ ਜੋ ਕਲਾ ਵਾ ਉਹ ਭਰਪੂਰ ਹੋ ਜਾਊਗੀ, ਅਤੇ ਜੋ ਸੰਸਾਰ ਦਾ ਗੁਣ ਰੂਪ ਦੀ ਜੋ ਗੁਣਵੱਤਾ ਨਕਾਰਾਤਮਕ ਆ ਉਹ ਸਕਾਰਾਤਮਕ ਹੋ ਜਾਏਗੀ।